ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning। ਸਤਿ ਸ਼੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਬਹੁਤ ਧੰਨਵਾਦ ਆਪਣੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ। ਜੇ ਥੋੜੀ ਜਿਹੀ ਆਪਾਂ ਝਾਤ ਮਾਰੀ ਕੱਲ ਦੇ ਸਨੋ ਸਟੋਰਮ ਦੀ ਤਾਂ ਡਾਊਨਸ ਵਿਊ ਦੇ ਵਿੱਚ 45 ਸੈਂਟੀਮੀਟਰਸ ਆਫ ਸਨੋ, ਪੀਅਰਸਨ ਦੇ ਵਿੱਚ 33 ਸੈਂਟੀਮੀਟਰਸ ਆਫ ਸਨੋ, ਡਾਊਨਟਾਊਨ ਦੇ ਵਿੱਚ 38 ਸੈਂਟੀਮੀਟਰ ਆਫ ਸਨੋ ਤੇ ਵਿਟਬੀ ਦੇ ਵਿੱਚ 52 ਸੈਂਟੀਮੀਟਰ ਆਫ ਸਨੋ, ਆਸ਼ਵਾ ਦੇ ਵਿੱਚ 55 ਸੈਂਟੀਮੀਟਰਸ, ਓਕਵਿਲ ਦੇ ਵਿੱਚ 44 ਸੈਂਟੀਮੀਟਰਸ ਆਫ ਸਨੋ ਤੇ ਵੌਨ ਦੇ ਵਿੱਚ 32 ਸੈਂਟੀਮੀਟਰਸ ਆਫ ਸਨੋ ਕੱਲ ਦੇਖਣ ਨੂੰ ਮਿਲਿਆ। ਤੇ ਕਈਆਂ ਘਰਾਂ ਦੇ ਵਿੱਚ ਜਿਨ੍ਹਾਂ ਨੇ ਸਨੋ ਵਾਲੇ ਲਗਾਏ ਹੋਏ ਨੇ ਉਹ ਹਾਲੇ ਤੱਕ ਨਹੀਂ ਪਹੁੰਚ ਪਾ ਰਹੇ ਬਿਕਾਜ਼ ਕਈਆਂ ਦੀਆਂ ਮਸ਼ੀਨਾਂ ਖਰਾਬ ਹੋ ਗਈਆਂ ਹੋਣਗੀਆਂ, ਕਈਆਂ ਦੇ ਹਾਲੇ ਤੱਕ ਡਿਲੇਜ਼ ਕਾਫੀ ਹੋ ਰਹੇ ਨੇ ਐਂਡ ਹਾਈਵੇ ਦੇ ਉੱਤੇ ਵੀ ਕਾਫੀ ਹਾਲੇ ਤੱਕ ਸਿੰਗਲ ਲੇਨ ਚੱਲ ਰਹੇ ਨੇ। ਸੋ ਕਾਫੀ ਵੱਡਾ ਇਹ ਝਟਕਾ ਮਿਲਿਆ ਜੀ ਸਾਲ ਦੇ ਬਿਗਿਨਿੰਗ ਦੇ ਵਿੱਚ ਜੀ। ਯੈਸ, ਬਿਲਕੁਲ। ਦੇਖੋ ਵੀ ਇਹ ਪਹਿਲੀ ਗੱਲ ਤੇ ਦਹਾਕਿਆਂ ਤੋਂ ਇੱਦਾਂ ਹੋਇਆ ਨਹੀਂ ਸੀ, ਕਿਉਂਕਿ ਜਿਹੜੇ ਲੋਕ ਤਰਸ ਗਏ ਸੀ, ਕੰਪਲੇਂਟ ਸੀ ਜਾਂ ਮਨ 'ਚ ਲੱਗਦਾ ਸੀ ਕਿ ਹੁਣ ਵੈਦਰ ਨਹੀਂ ਰਿਹਾ, ਵੀ ਜਾਣੀ ਹੁਣ ਸਨੋ ਪੈਂਦੀ ਨਹੀਂ ਹੈ ਇੰਨੀ ਜ਼ਿਆਦਾ ਜੀ। ਪਰ ਉਸ ਹਿਸਾਬ ਦੇ ਨਾਲ ਇਹ ਹੈ ਜੀ ਵੀ ਫਸਟ ਟਾਈਮ ਆਪਾਂ ਇਹ ਕਹਿ ਸਕਦੇ ਹਾਂ ਵੀ ਕੁੱਲ ਮਿਲਾ ਕੇ ਜੋ ਇਸ ਸਨੋਫਾਲ ਦੀ ਚਰਚਾ ਆ ਵੀ ਇਹ ਇੱਕ ਹਿਸਟੋਰਿਕ ਈਵੈਂਟ GTA ਦੇ ਵਿੱਚ ਕੱਲ੍ਹ ਹੋ ਨਿਬੜਿਆ। ਇਹਦੇ ਵਿੱਚ ਫਿਰ ਜਾਣੀ ਕਿ ਵੀ ਜਿੱਦਾਂ ਤੁਸੀਂ ਅੱਜ ਵੀ ਦੇਖ ਰਹੇ ਆ ਵੀ ਕੁਝ ਸੜਕਾਂ ਦੀਆਂ ਚਲੋ ਇੱਕ ਲੇਨ ਖੋਲੀ ਜਾ ਸਕੀ ਆ, ਕਈ ਹਾਈਵੇਜ਼ ਦੇ ਜਿਹੜੇ ਸਟ੍ਰੈਚਸ 401 ਟੋਰਾਂਟੋ ਦੇ ਆਸ-ਪਾਸ ਆ ਵੀ ਹਜੇ ਵੀ ਉਹ ਪੂਰੀ ਤਰ੍ਹਾਂ ਹੀ ਬੰਦ ਆ, ਹਨਾ। ਜੀ। ਹੁਣ ਇਹ ਵੀ ਹੈਰਾਨੀ ਦੀ ਗੱਲ ਆ ਵੀ ਜਾਣੀ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਇਹ ਜਿਹੜੇ ਏਰੀਆਜ਼ ਹਾਈਵੇ ਦੇ ਬੰਦ ਹੈਗੇ ਆ ਵੀ ਕੱਲ ਸਾਰਾ ਦਿਨ ਵੀ ਉੱਥੇ ਬੀਤ ਗਿਆ ਤੇ ਰਾਤ ਵੀ ਉੱਥੇ ਹੀ ਬੀਤ ਗਈ। ਜੀ ਬਿਲਕੁਲ। ਔਰ ਉਹਨਾਂ ਦੇ ਵਿੱਚ ਜਾਣੀ ਕਿ ਬੱਚੇ ਤੇ ਔਰਤਾਂ ਵੀ ਸ਼ਾਮਲ ਸੀਗੇ। ਵੱਡੀ ਗਿਣਤੀ ਦੇ ਵਿੱਚ ਟਰੱਕ ਜਿਹੜੇ ਅੱਜ ਵੀ ਉੱਥੇ ਫਸੇ ਹੋਏ, ਕਿਉਂਕਿ ਕੁਝ ਇਸ ਤਰੀਕੇ ਦੇ ਨਾਲ ਜੈਕ ਨਾਈਫ ਹੋਏ, ਕੋਈ ਟਰੱਕ ਵਗੈਰਾ ਸੀਗੇ ਵੀ ਬਲੌਕੇਜ ਇਸ ਤਰੀਕੇ ਦਾ ਆ ਵੀ ਉਹ ਜਿਹੜਾ ਉਹਨੂੰ ਰਿਮੂਵ ਕਰਨਾ ਜਿਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨ ਸੀਗੀਆਂ ਵੀ ਉਹ ਸੌਖਾ ਨਹੀਂ ਸੀਗਾ। ਕੁੱਲ ਮਿਲਾ ਕੇ ਫਿਰ ਇਹ ਵੀ ਹੋਇਆ ਅੰਸ਼ ਵੀ ਇਹੋ ਜਿਹਾ ਜਦੋਂ ਆਫਤ ਬਣਦੀ ਆ ਤੇ ਫਿਰ ਜਿਹੜੀ ਆਪਣਾ ਸਿੱਖ ਕੌਮ ਜਾਣੀ ਜਾਂਦੀ ਆ ਨਾ ਵੀ ਸਪਿਰਿਟ ਆਫ ਰੈਡੀਨੈਸ ਟੂ ਹੈਲਪ, ਹਨਾ, ਉਹ ਕੱਲ ਵੀ ਸਾਹਮਣੇ ਆਈ। ਤੇ ਜਦੋਂ ਟਰੱਕਰ ਜਿੱਥੇ ਸਕਾਰਪੁਰ ਏਰੀਆ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਫਸੇ ਸੀਗੇ, ਸਾਨੂੰ ਕੁਝ ਫੋਨ ਕਾਲ ਆਈਆਂ ਤੇ ਹੁਣ ਫਿਰ ਉੱਥੇ ਇਹੀ ਹੁੰਦਾ ਦੇਖਿਆ ਜਾਂਦਾ ਵੀ ਆਸ ਪਾਸ ਦੇ ਵਿੱਚ ਮਦਦ ਕਿੱਦਾਂ ਹੋ ਸਕਦੀ ਆ। ਤੇ ਸਕਾਰਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਗੁਰੂ ਸਿੱਖ ਸਭਾ ਹੈਗੇ ਆ ਜੀ। ਉਹਨਾਂ ਦੇ ਪ੍ਰੈਜ਼ੀਡੈਂਟ ਗੋਬਿੰਦਰ ਰੰਧਾਵਾ ਬਾਕੀ ਜਦੋਂ ਸੇਵਾਦਾਰਾਂ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਇੱਕਦਮ ਆਪਣੀ ਰੈਡੀਨੈਸ ਦਿਖਾਈ ਵੀ ਅਸੀਂ ਤਿਆਰ ਹਾਂ। ਵੀ ਉਹ ਦੱਸ ਰਹੇ ਸੀ ਨਿਰਮਲ ਸੰਧੂ ਡਰਾਈਵਰ ਸੀ ਜਿਹੜੇ ਵੀ 300 ਤੋਂ ਜ਼ਿਆਦਾ ਇੱਥੇ ਲੋਕ ਇਸ ਏਰੀਆ ਦੇ ਵਿੱਚ ਹੀ ਫਸੇ ਹੋਏ ਆ ਹਾਈਵੇ ਤੇ, ਵੀ ਜਿਨ੍ਹਾਂ ਕੋਲ ਜਾਣੀ ਪਾਣੀ ਵੀ ਮੁੱਕ ਗਿਆ ਸੀਗਾ ਅਰਸ਼, ਫੋਨ ਚਾਰਜਰ ਵੀ ਖਤਮ ਹੋ ਗਿਆ ਵੱਡੀ ਤਾਦਾਦ 'ਚ ਲੋਕਾਂ ਦੀਆਂ, ਕਈਆਂ ਦੀਆਂ ਗੈਸ ਮੁੱਕ ਗਈ ਵੀ ਜਾਣੀ ਫਿਰ ਜੇ ਹੁਣ ਗੱਡੀ ਨੂੰ ਸਟਾਰਟ ਰੱਖ ਕੇ ਠੰਡ ਤੋਂ ਵੀ ਨਹੀਂ ਬਚਿਆ ਜਾ ਸਕਦਾ ਸੀਗਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ। ਪਰ ਜਦੋਂ ਹੁਣ ਸੜਕਾਂ ਹੀ ਬੰਦ ਆ ਤੇ ਜੇ ਹੈਲਪ ਕਿਸੇ ਨੇ ਪਹੁੰਚਾਉਣੀ ਆ ਤਾਂ ਉਹ ਪਹੁੰਚਾਵੇ ਕਿੱਦਾਂ? ਬਿਲਕੁਲ, ਇਹ ਬਹੁਤ ਵੱਡਾ ਇੱਕ ਚੈਲੰਜ ਸੀਗਾ। ਸੋ ਕਰਦਿਆਂ ਕਰਾਉਂਦਿਆਂ ਜਾਣੀ ਕਿ ਵੀ ਜਿਹੜੀ ਜਾਣੀ ਕਿ ਵੀ ਉਸ ਵੇਲੇ ਗੁਰਦੁਆਰਾ ਸਾਹਿਬ ਤੋਂ ਸੇਵਾਦਾਰਾਂ ਦੀ, ਪ੍ਰਬੰਧਕਾਂ ਦੀ ਰੈਡੀਨੈਸ ਉਹਨਾਂ ਨੇ ਦਿਖਾਈ ਵੀ ਅਸੀਂ ਸਭ ਕੁਛ ਕਰਨ ਨੂੰ ਤਿਆਰ ਹਾਂ, ਲੰਗਰ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ। ਪਰ ਬਾਅਦ ਦੇ ਵਿੱਚ ਚਲੋ ਕੁਝ ਘੰਟਿਆਂ ਬਾਅਦ ਜਾਂ ਕੁਝ ਸਮੇਂ ਬਾਅਦ ਜਾਣੀ ਕਿ ਵੀ ਉੱਥੇ ਟਰੱਕ ਯਾਰਡ ਤੋਂ ਵੀ ਉਹਨਾਂ ਨੂੰ ਜਿਹੜੀ ਸਮੱਗਰੀ ਆ ਪਹੁੰਚਣੀ ਸ਼ੁਰੂ ਹੋ ਗਈ। ਪਰ ਜਾਣੀ ਸਾਡੇ ਜਿਹੜੇ ਮਤਲਬ ਕੱਲ੍ਹ ਸਿੱਖ ਕੌਮ ਦੇ ਵਿੱਚ ਜਜ਼ਬਾ ਹੈਗਾ ਵੀ ਲੋੜਵੰਦਾਂ ਦੀ ਮਦਦ ਕਰਨਾ, ਇਸ ਦੀ ਇੱਕ ਜਿਹੜੀ ਕਾਫੀ ਸੋਲਿਡ ਜਿਹੜੀ ਐਗਜ਼ਾਮਪਲ ਹੈ ਕੱਲ੍ਹ ਵੀ ਸਾਹਮਣੇ ਆਈ ਸਕਾਰਪੁਰ ਤੋਂ। ਇਸੇ ਤਰ੍ਹਾਂ ਹੀ ਫਿਰ ਇਹ ਹੈ ਜੀ ਵੀ ਇਹ ਆਪਣੇ ਪ੍ਰੀਮੀਅਰ ਦੇਖਿਆ ਗਿਆ ਡਕਫੋਰਡ, ਉਹ ਘਰੇ ਨਹੀਂ ਬਹਿ ਗਏ ਠੰਡ ਬਰਫ਼ ਤੋਂ ਬਚ ਕੇ ਵੀ ਕਾਫੀ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਭਾਵੇਂ ਵਾਇਰਲ ਹੋਈਆਂ, ਭਾਵੇਂ ਉਹਦੇ ਵਿੱਚ ਕਈ ਲੋਕਾਂ ਨੇ ਆਲੋਚਕਾਂ ਨੇ ਜਾਣੀ ਇਹਨੂੰ ਪੋਲੀਟਿਕਸ ਵੀ ਦੱਸਿਆ, ਪਰ ਫਿਰ ਵੀ ਠੰਡ ਵਿੱਚ ਸੀਗੇ ਤਾਂ ਉਹ ਬਾਹਰ ਹੀ, ਹਨਾ। ਉਹਨਾਂ ਦੀ ਇੱਕ ਚਰਚਾ ਵੀ ਹੋ ਰਹੀ ਹੈ ਜੀ, ਉਹ ਡਰਾਈਵ ਕਰਦੇ ਵੇਲੇ ਕਿਸੇ ਨਿਊਜ਼ ਚੈਨਲ ਦੇ ਨਾਲ ਗੱਲ ਵੀ ਕਰ ਰਹੇ ਸੀ, ਇਹ ਵੀ ਕਾਫੀ ਵੱਡੀ ਚਰਚਾ ਦੇ ਵਿੱਚ ਆ ਰਹੀ ਗੱਲ। ਯੈਸ, ਸੋ ਇਹ ਵੀ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਆ ਵੀ ਉਹਨਾਂ ਨੇ ਕੁਛ ਲੋਕਾਂ ਨੂੰ ਆਪਣੀ ਗੱਡੀ 'ਚ ਘਰ ਵੀ ਪਹੁੰਚਾਇਆ ਜਿਹੜੇ ਫਸੇ ਹੋਏ। ਇਹ ਹੁੰਦਾ ਵੀ ਜਦੋਂ ਏਡੀ ਵੱਡੀ ਕਹਿ ਲਓ ਵੀ ਆਫਤ ਦਾ ਸਮਾਂ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਹੋਵੇ, ਤੁਸੀਂ ਸਾਰਿਆਂ ਦੀ ਮਦਦ ਇੱਕ ਵਾਰ ਤਾਂ ਨਹੀਂ ਹਰ ਜਗ੍ਹਾ ਹੋ ਸਕਦੇ ਹੋ, ਪਰ ਜਿੰਨਾ ਕੁ ਕੁਛ ਕਰ ਸਕਦੇ ਹੋ ਉਹ ਕਰਦੇ ਹੋ। ਸੋ ਐਗਜ਼ਾਮਪਲ ਇਸ ਤਰੀਕੇ ਦੇ ਨਾਲ ਹੀ ਦੇਖੀ ਜਾ ਸਕਦੀ ਆ ਜੀ। ਸੋ ਦੂਸਰਾ ਇਹ ਆ ਜੀ ਵੀ ਮੌਸਮ ਤੋਂ ਇੱਕ ਤਰੀਕੇ ਦੇ ਨਾਲ ਇਹ ਜਿਹੜੇ ਪ੍ਰੀਮੀਅਰ ਵੀ ਸਾਡੇ ਡਰੇ ਨਹੀਂ, ਉਹਨਾਂ ਦੇ ਨਾਲ ਉਹਨਾਂ ਦਾ ਸਟਾਫ ਵੀ ਬਾਹਰ ਹੀ ਸੀਗਾ। ਬਿਲਕੁਲ ਜੀ। ਪਰ ਦੂਸਰੇ ਪਾਸੇ ਇਹ ਹੈ ਜੀ ਵੀ ਲੋਕਾਂ ਨੇ ਇੱਕ ਦੂਜੇ ਦੀ ਹੈਲਪ ਕੀਤੀ ਬਹੁਤ ਆ, ਜਿੱਥੇ ਪ੍ਰੀਮੀਅਰ ਨੇ ਕੀਤੀ ਹੈ
ਇਹਦੇ ਨਾਲ ਹੀ ਜਾਣੀ ਕਿ ਆਸ-ਪਾਸ ਦੇ ਵਿੱਚ ਜਿੰਨੇ ਵੀ ਲੋਕ ਇੱਕ ਦੂਸਰੇ ਦੀ ਮਦਦ ਕਰ ਸਕੇ ਆ ਇਹੋ ਜਿਹੇ ਮੌਕੇ ਦੇ ਉੱਤੇ, ਕਿਉਂਕਿ ਸਾਰੇ ਪਾਸੇ ਆਪਾਂ ਕਹਿੰਦੇ ਨਾ ਵੀ ਕੋਵਿਡ ਕਰਕੇ ਸਟਾਫ ਦੀ ਘਾਟ ਆ, ਏਦਾਂ ਹੀ ਸਟਾਫ ਦੀ ਘਾਟ 911 ਤੇ ਵੀ ਆ, ਸਟਾਫ ਦੀ ਘਾਟ ਐਂਬੂਲੈਂਸ, ਪੁਲਿਸ, ਸਾਰੇ ਪਾਸੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਵੀ ਆ ਜੀ। ਸੋ ਉਸ ਲਿਹਾਜ਼ ਨਾਲ ਜਿਹੜਾ ਜੀ ਵੀ ਇਸ ਮੌਕੇ ਤੇ ਲੋਕਾਂ ਨੇ ਜਿਹੜਾ ਇੱਕ ਦੂਜੇ ਦੀ ਆਪ ਹੈਲਪ ਕਰ ਲਈ ਆ, ਉਹ ਬਹੁਤ ਵੈਲਕਮਿੰਗ ਆ ਜੀ। ਦੂਜਾ ਇਹ ਜੀ ਵੀ ਜਿਹੜੀ ਹੁਣ ਰਾਤੋਂ ਰਾਤ ਸਨੋ ਸ਼ਹਿਰਾਂ ਦੇ ਵਿੱਚ ਹਟਾਈ ਗਈ ਹੈ, ਤੇ ਬਰੈਂਪਟਨ ਦੀ ਸਟੋਰੀ ਇਹ ਆ ਵੀ ਉਹ ਜਿਹੜੀ ਵਿੰਡਰੋ ਬਣਾ ਜਾਂਦੇ ਆ ਜਾਂ ਵੱਟ ਬਣਾ ਜਾਂਦੇ ਆ ਸਾਫ਼ ਕੀਤੀ ਹੋਈ ਸਨੋ ਦਾ, ਉਹ ਵੱਟ ਦੀ ਕੰਪਲੇਂਟ, ਕਿਉਂਕਿ ਹੁਣ ਸਨੋ ਪਈ ਬਹੁਤ ਜ਼ਿਆਦਾ ਨਾ, ਯੂ ਕੈਨਟ ਕੰਪਲੇਨ ਔਨ ਦੈਟ। ਹੁਣ ਉਹਨਾਂ ਨੂੰ ਸੁੱਟਣਾ ਤਾਂ ਪੈਣੀ ਹੈ, ਸੜਕਾਂ ਸਾਫ਼ ਰੱਖਣੀਆਂ ਪੈਣੀਆਂ ਹੀ ਕਿਤੇ ਨਾ ਕਿਤੇ। ਪਰ ਉਹ ਵਾਟਿਆਂ ਨੇ ਜਿਹੜੀ ਕੋਈ ਲੱਕ ਤੋੜਨੀ ਕਈ ਲੋਕਾਂ ਲਈ ਸਾਬਤ ਹੋ ਰਹੀ ਆ। ਹਾਂਜੀ, ਸੋ ਇਹੀ ਹੁਣ ਕਿਹਾ ਜਾ ਸਕਦਾ ਵੀ ਇੱਕ ਤਾਂ ਮੱਥੇ ਵੱਟ ਪਾਉਣ ਨਾਲ ਇਹ ਮਸਲਾ ਹੱਲ ਹੋ ਨਹੀਂ ਜਾਣਾ, ਇਹ ਮਸਲਾ ਹੱਲ ਕਰਨ ਲਈ ਜੋ ਹੋਰ ਪੋਲੀਟੀਕਲ ਕਰਨ ਦੀ ਲੋੜ ਆ ਉਹ ਵੀ ਕਰਦੇ ਰਹੀਏ, ਪਰ ਇਹ ਵੱਟ ਨੂੰ ਵੀ ਜਰਾ ਹੌਸਲਾ ਤਕੜਾ ਰੱਖ ਕੇ ਸਾਫ਼ ਹੁਣ ਕਰ ਲਈਏ ਜਾਂ ਕਰਵਾ ਲਈਏ, ਕਿਉਂਕਿ ਜਿਹੜੇ ਲੋਕ ਫਿਜ਼ੀਕਲੀ ਚੈਲੰਜਡ ਆ ਅਰਸ਼ ਜਾਂ ਸੀਨੀਅਰਸ ਆ 65 ਪਲੱਸ ਆ, ਤੇ ਉਹਨਾਂ ਨੂੰ ਸਿਟੀ ਵੱਲੋਂ ਹੈਲਪ ਵੀ ਹੈਗੀ ਆ ਸਨੋ ਸਾਫ਼ ਕਰਾਉਣ ਲਈ, ਹੈ ਨਾ। ਆਪਾਂ ਅਸੀਂ ਡੀਟੇਲ 'ਚ ਪ੍ਰੋਗਰਾਮ 311 ਤੇ ਕਾਲ ਕਰਕੇ ਵੀ ਇਨਫੋਰਮੇਸ਼ਨ ਲਈ ਜਾ ਸਕਦੀ ਆ, ਆਨਲਾਈਨ ਸਾਰੀ ਇਨਫੋਰਮੇਸ਼ਨ ਪਈ ਆ, ਇਹਦੇ ਫਾਰਮ ਆ ਜਿਹੜੇ ਅਪ੍ਰੈਲ ਤੱਕ ਭਰੇ ਜਾ ਸਕਦੇ ਆ, ਤੇ ਸਨੋ ਸਾਫ਼ ਕਰਵਾ ਕੇ $300 ਕਾਰਨਰ ਦੀ ਲੋਟ ਵਾਸਤੇ ਹੈ, $200 ਜਿਹੜੇ ਆ ਜੀ ਉਹ ਅਦਰਵਾਈਜ਼ ਜਿਹੜਾ ਮਤਲਬ ਸਾਈਡ ਵਾਕ ਵਾਲਾ ਘਰ ਆ ਉਹਨਾਂ ਦੇ ਵਾਸਤੇ ਆ। ਸੋ ਕੁੱਲ ਮਿਲਾ ਕੇ ਮਤਲਬ $300 ਉਹਨੂੰ ਮਿਲਣੇ ਆ ਜਿਹਨਾਂ ਦਾ ਸਾਈਡ ਵਾਕ ਵਾਲਾ ਕਾਰਨਰ ਹਾਊਸ ਹੈ, ਜੇ ਸਾਈਡ ਵਾਕ ਨਹੀਂ ਆ ਤੇ ਫਿਰ ਨਹੀਂ ਮਿਲੇਗਾ। ਇਸ ਤਰ੍ਹਾਂ ਹੈ ਜੀ ਵੀ ਓਨਰ ਹੋਣਾ ਚਾਹੀਦਾ ਜਿਹੜਾ ਵਿਅਕਤੀ ਉੱਥੇ ਰਹਿੰਦੇ ਨੇ, ਫੈਮਿਲੀ। ਸੋ ਇਹ ਕੁੱਲ ਮਿਲਾ ਕੇ ਜਿਹੜੀਆਂ ਕੰਡੀਸ਼ਨਸ ਪੂਰੀਆਂ ਜੇ ਕਰਦੇ ਹੋਣ ਤੇ ਇਹ ਜਿਹੜੀ ਆ ਗ੍ਰਾਂਟ ਅਪ੍ਰੈਲ ਤੱਕ ਕਲੇਮ ਕੀਤੀ ਜਾ ਸਕਦੀ ਆ। ਸੋ ਰਸੀਦਾਂ ਸੰਭਾਲ ਕੇ ਰੱਖਣ ਦੀ ਹੋਵੇਗੀ ਲੋੜ। ਕੁੱਲ ਮਿਲਾ ਕੇ ਕਾਫੀ ਮੰਗ, ਕੱਲ ਦੀ ਡਿਮਾਂਡ ਵਧੀ ਹੋਈ ਆ ਅਰਸ਼, ਜਿਹਨਾਂ ਲੋਕਾਂ ਨੇ ਸਨੋ ਸਾਫ਼ ਕਰਨੀ ਆ, ਉਹਨਾਂ ਦਾ ਪ੍ਰੋਫੈਸ਼ਨ ਹੈ, ਉਹਨਾਂ ਕੋਲ ਫੋਨ ਚੁੱਕਣ ਦਾ ਟਾਈਮ ਨਹੀਂ ਆ, ਕਿਉਂਕਿ ਉਹ ਸਨੋ ਸਾਫ਼ ਕਰਨ 'ਚ ਕਾਫੀ ਬਿਜ਼ੀ ਨੇ। ਸੋ ਉਸ ਲਿਹਾਜ਼ ਨਾਲ ਸਾਰੇ ਹੀ ਆਪਾਂ ਦੇਖ ਰਹੇ ਹਾਂ ਜੀ ਵੀ ਇੱਥੇ ਟੋਰਾਂਟੋ ਏਰੀਆ ਦੇ ਵਿੱਚ ਵੀ, ਪੀਲ 'ਚ ਵੀ, ਬਰੈਂਪਟਨ, ਮਿਸਿਸਾਗਾ, ਕੈਲੇਡਨ ਸਕੂਲ ਜਿਹੜੇ ਅੱਜ ਵੀ ਬੰਦ ਆ ਜੀ। ਬੱਸਾਂ ਤੇ ਨੈਚੁਰਲੀ ਜੇ ਸਕੂਲ ਬੰਦ ਆ ਤੇ ਬੱਸਾਂ ਤੇ ਕੈਂਸਲ ਉਹ ਬੰਦ ਹੀ ਹੋਣੀਆਂ ਸੀਗੀਆਂ, ਪਰ ਇਹ ਟੋਰਾਂਟੋ ਦੇ ਵਿੱਚ ਤਾਂ ਆਨਲਾਈਨ ਕਲਾਸ ਵੀ ਹੈ ਨਹੀਂ ਬੱਚਿਆਂ ਦੀ, ਹੈ ਨਾ ਜੀ। ਬਿਲਕੁਲ ਜੀ, ਅਨਐਕਸਪੈਕਟਡ ਸੀ ਜੀ ਇਹ ਗੱਲ। ਸੋ ਮਤਲਬ ਕੱਲ ਵੀ ਪੂਰੀ ਤਰ੍ਹਾਂ ਬੰਦ ਸੀ ਤੇ ਅੱਜ ਵੀ ਜਿਹੜਾ ਜੀ ਪੂਰੀ ਤਰ੍ਹਾਂ ਬੰਦ ਵਾਲਾ ਮਾਹੌਲ ਹੈ। ਸੋ ਇਹ ਪੀਲ ਦੇ ਵਿੱਚ ਜਿਹੜਾ ਜੀ ਆਨਲਾਈਨ ਕਲਾਸਿਸ ਮਤਲਬ ਉਸ ਤਰੀਕੇ ਦੇ ਨਾਲ ਤਾਂ ਨਹੀਂ ਬੱਚਿਆਂ ਦੀਆਂ ਸ਼ੁਰੂ ਹੋਈਆਂ, ਪਰ ਟਾਸਕ ਹੈ ਜਿਹੜਾ ਟੀਚਰਸ ਨੇ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਬੱਚਿਆਂ ਨੇ, ਜਿਨ੍ਹਾਂ ਨੇ ਇਨ ਪਰਸਨ ਕਲਾਸ ਦੇ ਵਿੱਚ ਜਾਣਾ ਸੀਗਾ। ਤੇ ਜਿਹੜੇ ਬੱਚੇ ਆਲਰੇਡੀ ਆਨਲਾਈਨ ਜਾਨੀ ਕਲਾਸਿਸ ਲਗਾ ਰਹੇ ਤੇ ਇਨ ਪਰਸਨ ਉਹ ਜਾਂਦੇ ਹੀ ਨਹੀਂ ਹੈ। ਰੀਜ਼ਨ ਆਪੋ ਆਪਣੇ ਹੋਣਗੇ। ਹੁਣ ਵੈਸੇ ਇੰਨਾ ਡਰਨ ਦੀ ਲੋੜ ਤਾਂ ਹੈ ਨਹੀਂ, ਕਿਉਂਕਿ ਬੱਚਿਆਂ ਦਾ ਕੋਵਿਡ ਨੇ ਕੋਈ ਏਡਾ ਨੁਕਸਾਨ ਨਹੀਂ ਕੀਤਾ, ਪਰ ਜਿਹੜੇ ਪੇਰੈਂਟਸ ਨਹੀਂ ਭੇਜ ਰਹੇ ਹੋਣਗੇ ਸ਼ਾਇਦ ਉਹ ਬੱਚਿਆਂ ਦਾ ਹੁਣ ਲੋੜੋਂ ਵੱਧ ਨੁਕਸਾਨ ਕਰ ਰਹੇ ਆ ਜੀ। ਪਰ ਕੁੱਲ ਮਿਲਾ ਕੇ ਜਾਨੀ ਕਿ ਜਿਹੜੇ ਆਨਲਾਈਨ ਬੱਚੇ ਪੜ੍ਹਦੇ ਆ ਉਹਨਾਂ ਦੀਆਂ ਕਲਾਸਿਸ ਨਾਰਮਲ ਆਨਲਾਈਨ ਲੱਗੀਆਂ ਹੋਈਆਂ। ਸੋ ਕੱਲ ਤੋਂ ਲੱਗ ਰਿਹਾ ਜੀ ਕਿ ਨਾਰਮੈਲਿਟੀ ਜਿਹੜੀ ਆ ਉਹ ਬੈਕ ਟੂ ਟਰੈਕ ਆਉਣੀ ਸ਼ੁਰੂ ਹੋ ਜਾਏਗੀ। ਸਾਡੇ ਨਾਲ ਕਾਲਰ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ, ਮੈਂ ਹਰਸ਼, ਮੈਂ ਬਲਦੇਵ ਸਿੰਘ ਸਿੱਧੂ ਬੋਲਦਾ ਜੀ। ਸਿੱਧੂ ਸਾਹਿਬ, ਜੋਲ ਸਾਹਿਬ ਵੀ ਖਬਰਾਂ ਵਧੀਆ ਹੁੰਦੀਆਂ ਜਾਣਦੇ ਮੈਨੂੰ ਜੀ। ਅਸੀਂ ਤਾਂ ਬਹੁਤ ਫਨ ਕੀਤਾ ਕੱਲ ਬਰਫ਼ ਚੱਕਣ ਦਾ। ਅੱਛਾ, ਰੋਜ਼ ਜਾਣ ਪਿੱਟੀ ਜਾਣ, ਲੋਕ ਮਸ਼ੀਨਾਂ ਲੈਂਦੇ ਨੇ, 1.5 ਮਿਲੀਅਨ ਦਾ ਘਰ ਲੈ ਲੈਂਦੇ ਆ। ਤੇ ਮਸ਼ੀਨ ਲੈ ਲੈਣ ਹੋਏਗਾ ਕਿ ਮਸ਼ੀਨਾਂ ਨਾਲ ਜ਼ੋਰ ਨਾ ਲੱਗੇ, ਨਾਲੇ ਬੱਟ ਆਪੇ ਚੱਕੀ ਜਾਵੇ, ਬੱਟ ਤੇ ਬੱਟ ਕੱਢ ਦਿਆ ਕਰਨ। ਬਾਕੀ ਮੈਂ ਤਾਂ ਆਹੀ ਕਹਿਣਾ ਜੀ, ਰੋਜ਼ ਪਿੱਟੀ ਜਾਣਾ ਨੇਚਰ ਆ ਜੀ। ਬਿਲਕੁਲ, ਕਿਤੇ ਕਿਤੇ ਪੈਂਦੀ ਹੈ, ਫਨ ਕਰ ਲੈਣਾ ਚਾਹੀਦਾ। ਬਾਕੀ ਜਿਉਂਦੇ ਵਾਸਤੇ ਰਹੋ, ਖਬਰਾਂ ਵਧੀਆ ਹੁੰਦੀਆਂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਥੈਂਕ ਯੂ ਸੋ ਮਚ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਜੀ। ਜਿਹੜੇ ਸਿੱਧੂ ਸਾਹਿਬ ਆ ਨਾ, ਬਲਦੇਵ ਸਿੰਘ ਜੀ ਸਿੱਧੂ ਜੀ, ਇਹ ਬੜੀ ਚੜ੍ਹਦੀ ਕਲਾ ਵਾਲੇ ਇਨਸਾਨ ਆ। ਮਤਲਬ ਇਹਨਾਂ ਨੇ ਸਦਾ ਚੜ੍ਹਦੀ ਕਲਾ ਹੀ ਰੱਖਣੀ ਐ, ਖੁੰਡਾ ਫੜ ਕੇ ਕਿਵੇਂ ਰੱਖਦੇ ਹੁੰਦੇ ਆ ਇਹ। ਤੇ ਇਹ ਵੀ ਇਹਨਾਂ ਨੇ ਕੱਲ ਮੁਹੱਲੇ ਦੇ ਵਿੱਚ ਆਪਣੇ ਆਂਢੀਆਂ ਗੁਆਂਢੀਆਂ ਦੀ ਸਨੋ ਵੀ ਸਾਫ਼ ਕਰ ਦਿੱਤੀ ਆਪਣੀ। ਬਿਲਕੁਲ ਬਿਲਕੁਲ ਜੀ, ਇਹ ਨਾ ਹਿੰਮਤ ਹੋਣੀ ਚਾਹੀਦੀ ਹੈ ਕਾਫੀ। ਸਾਡੇ ਵੀ ਵੈਲ ਆਈ ਲਿਵ ਔਨ ਮੇਨ ਰੋਡ ਜੌਲ ਸਾਹਿਬ, ਸੋ ਮੇਰੇ ਤੋਂ ਵੱਟ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ। ਸੋ ਸਾਡਾ ਘਰ ਵੀ ਸੁੱਖ ਨਾਲ ਮੇਨ ਰੋਡ ਤੇ, ਤੇ ਮਸ਼ੀਨਾਂ ਦੇ ਮਸ਼ੀਨਾਂ ਤਾੜ ਸਾਡੀਆਂ ਡਰਾਈਵੇ ਸਾਫ਼ ਕਰੀ ਜਾਈਏ, ਫਿਰ ਵਾਪਸ ਆਈ ਜਾਣ। ਸੋ ਇਟਸ ਅ ਪਾਰਟ ਆਫ ਨੇਚਰ ਐਂਡ ਸਾਨੂੰ ਵੀ ਹੈਵ ਟੂ ਲਿਵ ਵਿਦ ਇਟ। ਦੈਟਸ ਵਾਈ ਵੀ ਹੈਵ ਚੋਜ਼ਨ ਦ ਕੰਟਰੀ ਕੈਨੇਡਾ। 9058811320 ਜਿੱਥੇ ਜੌਲ ਸਾਹਿਬ ਕੱਲ ਸਨੋ ਪਈ, ਕਾਫੀ ਡਿਲੇਜ਼ ਹੋਏ, ਉੱਥੇ ਇਹ ਵੀ ਬੇਨਤੀ ਕਰਦੀ ਜੀ ਸਾਰਿਆਂ ਨੂੰ, ਜੇ ਤੁਸੀਂ ਫਲਾਈਟਸ ਲੈ ਕੇ ਜਾ ਰਹੇ ਹੋ ਤਾਂ ਪਹਿਲੋਂ ਘਰੋਂ ਚੈੱਕ ਕਰਕੇ ਹੀ ਜਾਣਾ। ਏਅਰਪੋਰਟਸ ਦੇ ਵਿੱਚ ਅਥਾਰਟੀਜ਼ ਨੇ ਇਹ ਐਡਵਾਈਜ਼ ਕੀਤਾ ਹੈ ਜੀ। ਹਾਂ ਬਿਲਕੁਲ ਜੀ। ਅੱਜ ਕੱਲ ਤਾਂ ਚਲੋ ਕਿਸੇ ਨੂੰ ਪਿਕ ਕਰਨ ਨੂੰ ਜਾਣ ਵਾਲੀ ਗੱਲ ਹੀ ਨਹੀਂ ਸੀਗੀ, ਕਿਉਂਕਿ ਘਰਾਂ ਚੋਂ ਨਿਕਲਣਾ ਹੀ ਔਖਾ ਸੀ ਕਿ ਜੇ ਕਿਸੇ ਨੂੰ ਪਿਕ ਕਰਨ ਜਾਓਗੇ ਤੇ ਆਪ ਫਸ ਜਾਓਗੇ। ਪਰ ਹੁਣ ਇਹ ਅੱਜ ਵੀ ਕਾਫੀ ਸਾਰੀਆਂ ਜਿਹੜੀਆਂ ਡਿਲੇਜ਼ ਕੱਲ ਹੋ ਰਹੀਆਂ ਸੀ, ਕੈਂਸਲੇਸ਼ਨ ਟੋਰਾਂਟੋ ਏਅਰਪੋਰਟ ਤੇ ਇੱਥੇ, ਉਹ ਅੱਜ ਵੀ ਕਾਫੀ ਜਿਹੜੀਆਂ ਡਿਲੇਜ਼ ਐਟਲੀਸਟ ਰਿਪੋਰਟ ਹੋ ਰਹੀਆਂ। ਕੈਂਸਲੇਸ਼ਨ ਭਾਵੇਂ ਕਾਫੀ ਹੁਣ ਘੱਟ ਗਈਆਂ ਨੇ, ਪਰ ਜਿਹੜੀ ਸਨੋ ਅੱਜ ਵੀ ਉੱਥੇ ਵੀ 30-35 ਸੈਂਟੀਮੀਟਰ ਤੱਕ ਕਹਿ ਲਓ ਵੀ ਮੋਢੇ ਤੱਕ ਕਹਿਣ ਵਾਲੀ ਗੱਲ ਹੈ। ਕਿਤੇ ਕਿਤੇ ਜਿਹੜੀ ਉਹ ਇਕੱਠੀ ਕਰਕੇ ਸਨੋ ਰੱਖੀ ਹੋਈ ਆ, ਉਹ ਬਿਲਡਿੰਗ ਨਾਲ ਵੀ ਉੱਚਾ ਢੇਰ ਲੱਗਦਾ।
ਤੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਫਲਾਈਟਸ ਆ ਅੱਜ ਵੀ ਲੇਟ ਹਨ, ਇਨਕਲੂਡਿੰਗ ਜਿਹੜੀ 에ਅਰ ਇੰਡੀਆ ਦੀ ਦਿੱਲੀ ਨੂੰ ਫਲਾਈਟ ਜਾਣੀ 10 ਵਜੇ ਸੀਗੀ, ਉਹ 12 ਵਜੇ ਸ਼ੈਡਿਊਲ ਹੋਈ ਹੈ ਜੀ। ਇਸ ਤਰੀਕੇ ਦੇ ਨਾਲ ਜਿਹੜਾ ਡਿਲੇ ਹੈ ਜੀ ਫਲਾਈਟਸ ਦੇ ਵਿੱਚ ਅਜੇ ਵੀ ਦੇਖਿਆ ਜਾ ਰਿਹਾ ਇਹ ਵੈਦਰ ਕਰਕੇ। ਦੂਸਰਾ ਇਹ ਹੈ ਜੀ ਵੀ ਇਹ ਰਿਕੁਐਸਟ ਕੀਤੀ ਗਈ ਹੈ ਜਿਹੜਾ ਏਅਰ ਕੈਨੇਡਾ ਦੇ ਵੱਲੋਂ, ਵੈਸਟਜੈਟ ਦੇ ਵੱਲੋਂ ਤੇ ਇਹਦੇ ਨਾਲ ਹੀ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਦੇ ਵੱਲੋਂ ਕਿ ਵੀ ਜਿਹੜਾ ਏਅਰਪੋਰਟ ਤੇ ਆਉਣ ਵਾਲੇ ਬਾਹਰਲੇ ਮੁਲਕਾਂ ਤੋਂ ਜਾਂ ਕਹ ਲਓ ਕਿ ਵਿਦੇਸ਼ੀ ਫੋਰਨਰਜ਼ ਟਰੈਵਲਰ ਹੈਗੇ ਆ ਵੀ ਉਹਨਾਂ ਦਾ ਜਿਹੜਾ ਕੋਵਿਡ ਟੈਸਟ ਕੀਤਾ ਜਾਂਦਾ ਉਹਦੇ 'ਚ ਸੈਂਸ ਨਹੀਂ ਬਣਦੀ, ਕਿਉਂਕਿ ਹੁਣ ਟੈਸਟ ਜਿਹੜੇ ਪਿਛਲੇ ਵੀਕਸ ਮੰਥ ਦੇ ਦੌਰਾਨ ਕੀਤੇ ਗਏ ਆ ਉਹਦੇ ਵਿੱਚ ਬਹੁਤ ਹੀ ਕੋਈ ਨਿਗੂਣੀ ਤਾਦਾਦ ਦੇ ਵਿੱਚ ਜਿਹੜੇ ਲੋਕ ਆ ਪੋਜ਼ੀਟਿਵ ਆਏ ਹੋਣਗੇ ਤੇ ਜਿਹੜੀਆਂ ਟੈਸਟ ਕਿਟਸ ਇੱਕ ਤਰੀਕੇ ਨਾਲ ਇਹ ਕਿਹਾ ਗਿਆ ਵੀ ਇਹ ਵੇਸਟ ਹੀ ਕੀਤੀਆਂ ਜਾ ਰਹੀਆਂ ਵੀ ਇਹਨਾਂ ਨੂੰ ਬੈਟਰ ਕਿਤੇ ਹੋਰ ਯੂਟੀਲਾਈਜ਼ ਕੀਤਾ ਜਾ ਸਕਦਾ ਜੀ। ਏਅਰਪੋਰਟ ਤੇ ਜਿਹੜਾ ਜੀ ਇਹ ਲੋਕਾਂ ਨੂੰ ਹੁਣ ਅਰਾਈਵਿੰਗ ਪੈਸੇਂਜਰਸ ਨੂੰ ਮਤਲਬ ਕਿ ਕੋਵਿਡ ਤੋਂ ਟੈਸਟ ਕੀਤਾ ਜਾਣਾ ਉਹ ਬੰਦ ਕੀਤਾ ਜਾਣਾ ਚਾਹੀਦਾ ਹੈ। ਦੋ ਮੇਜਰ ਏਅਰਲਾਈਨਸ ਏਅਰ ਕੈਨੇਡਾ, ਵੈਸਟਜੈਟ ਤੇ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਨੇ ਓਨਟਾਰੀਓ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਵੀ ਮੰਗ ਕੀਤੀ ਹੈ ਤੇ ਫੈਡਰਲ ਗਵਰਨਮੈਂਟ ਤੋਂ ਵੀ ਮੰਗ ਕੀਤੀ ਆ। ਅਜੇ ਇਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਿਆ, ਸੋ ਉਸ ਲਿਹਾਜ਼ ਨਾਲ ਜਿਹੜਾ ਰੈਂਡਮਲੀ ਇਹ ਟੈਸਟ ਕਰਨੇ ਅਜੇ ਵੀ ਰਹਿਣਗੇ ਜਾਰੀ, ਪਰ ਫਲਾਈਟਸ ਜਿਹੜੀਆਂ ਜੀ ਤੇ ਇਹ ਅੱਜ ਵੀ ਕੁਝ ਦੇਰੀ ਦੇ ਨਾਲ ਹੀ ਚੱਲ ਰਹੀਆਂ। ਜੌਲ ਸਾਹਿਬ ਕਾਫੀ ਅੱਜ ਝਟਕੇ ਵਾਲੇ ਨਿਊਜ਼ ਵੀ ਸਾਹਮਣੇ ਆਏ ਨੇ, ਹੁਣੀ ਬ੍ਰੇਕਿੰਗ ਨਿਊਜ਼ ਇਹ ਆ ਰਹੀ ਹੈ ਜੀ ਕਿ ਐਟਲੀਸਟ ਜਿਹੜੇ ਇੰਟਰਸਟ ਰੇਟਸ ਹੈ ਉਹ ਉੱਤੇ ਜਾ ਰਹੇ ਨੇ ਜੀ। ਇਹ ਵੀ ਕਾਫੀ shaking news ਹੈ ਬਿਕਾਜ਼ ਉਹਨਾਂ ਨੇ ਇਹ ਵੀ ਕਿਹਾ ਕਿ 27% of the real estate prices have gone up in 2021, ਸੋ ਇਹ ਵੀ ਨੈਕਸਟ ਵੀਕ ਤੋਂ ਕਹਿੰਦੇ ਨੇ ਕਿ ਝਟਕਾ ਸਾਨੂੰ ਮਿਲਣ ਜਾ ਰਿਹਾ ਜੀ। ਦੇਖੋ ਜੀ ਵੀ ਇਹ ਸਮਝਿਆ ਇਹ ਜਾ ਰਿਹਾ ਵੀ ਜੋ ਪਹਿਲਾਂ ਪਲੈਨਿੰਗ ਕੀਤੀ ਜਾ ਰਹੀ ਸੀਗੀ ਪਿਛਲੇ ਸਾਲ ਜਾਂ ਉਹ ਤੋਂ ਵੀ ਪਿਛਲੇ ਸਾਲ ਵੀ ਹਜੇ ਲੌਂਗ ਟਾਈਮ ਲਈ ਜਿਹੜੇ ਇੰਟਰਸਟ ਰੇਟ ਆ ਇਹ ਵੱਧ ਨਹੀਂ ਸਕਣੇ, ਕਿ ਜੋ ਸਟੈਂਡ ਸਟਿਲ ਹੋ ਗਿਆ ਸੀ ਇਕੋਨੋਮੀ ਦੇ ਵਿੱਚ। ਹੁਣ ਦੇਖਿਆ ਵੀ ਕੋਵਿਡ ਤੇ ਉੱਦਾਂ ਹੀ ਚੱਲਦਾ ਰਿਹਾ, ਪਰ ਇਕੋਨੋਮੀ ਜਿਹੜੀ ਆ ਉਹ ਰਿਕਵਰ ਕਾਫੀ ਫਾਸਟ ਪੇਸ ਦੇ ਨਾਲ ਹੋਈ ਹੈ। ਸਟਾਕ ਐਕਸਚੇਂਜ ਦੇ ਵਿੱਚ ਵੀ ਮਾਰਕੀਟ ਬੱਲੇ ਬੱਲੇ ਲੱਗੀ ਹੋਈ ਹੈ। ਇੱਦਾਂ ਹੀ ਜਾਣੀ ਕਿ ਵੀ ਜਿਹੜਾ ਇਹ ਜੋਬਸ ਆ ਉਹ ਵੀ ਰਿਕਵਰ ਹੋ ਚੁੱਕੀਆਂ US ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ। ਪ੍ਰੀ ਪੈਂਡੈਮਿਕ ਲੈਵਲ ਤੇ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਦੇਰ ਦਾ ਪੁੱਜ ਚੁੱਕਾ। ਉਸ ਲਿਹਾਜ਼ ਨਾਲ ਜਿੱਥੇ ਕੁਝ ਸੈਕਟਰਸ ਵਾਸਤੇ ਰੇਟ ਦਾ ਘਟਣਾ ਪਹਿਲਾਂ ਸ਼ੁਭ ਖਬਰ ਸੀਗੀ, ਨੈਚੁਰਲੀ ਆ ਵੀ ਉਹਨੇ ਹੁਣ ਆਪਣੇ ਲੈਵਲ ਤੇ ਵਾਪਸ ਵੀ ਜਾਣਾ ਜੀ ਜੀ। ਉਹ ਫਿਰ ਹੁਣ ਜਿਹੜੀ ਉਹ ਗੁੱਡ ਨਿਊਜ਼ ਉਹਨਾਂ ਵਾਸਤੇ ਉਦੋਂ ਸੀ, ਹੁਣ ਉਹਨਾਂ ਵਾਸਤੇ ਬੈਡ ਨਿਊਜ਼ ਹੋਏਗੀ। ਕੁੱਲ ਮਿਲਾ ਕੇ ਇਹ ਆ ਜੀ ਲੱਗਦਾ ਨਹੀਂ ਕਿ ਇਹ ਇੰਟਰਸਟ ਰੇਟ ਉੱਪਰ ਜਾਂ ਥੱਲੇ ਜਾਣ ਦੇ ਨਾਲ ਇਹ ਜਿਹੜਾ ਮਾਰਕੀਟ ਰੀਅਲ ਸਟੇਟ ਦੇ ਵਿੱਚ ਆਪੋ ਤਾਪੀ ਪਈ ਆ ਵੀ ਇਹਨੂੰ ਕਾਬੂ ਕੀਤਾ ਜਾ ਸਕਦਾ। ਇਹਨੂੰ ਤਾਂ ਇੱਕ ਜਿਹੜਾ ਜੀ ਇਹ ਇੱਕ ਘਰ ਨੂੰ ਕਹ ਲਓ ਕੋਈ 1500 ਲੋਕਾਂ ਦੀ ਲਾਈਨ ਲੱਗ ਜਾਂਦੀ ਆ, ਜਾਂ ਫਿਰ ਇੱਕ ਵਿਅਕਤੀ ਜਿਹੜਾ 8-8 10-10 ਘਰ ਬੁੱਕ ਕਰਾਈ ਫਿਰਦੇ ਨੇ ਗਾਂ ਉਹਨੂੰ ਵੇਚਣ ਦੇ ਲਈ ਮਹਿੰਗਾ ਕਰਕੇ। ਮਤਲਬ ਇਸ ਚੀਜ਼ ਤੇ ਇਹਦੇ ਨਾਲ ਇਹ ਜਾਣਾ ਜਿਸ ਤਰੀਕੇ ਦੇ ਨਾਲ ਇਹ ਮੌਰਗੇਜ ਅਪਰੂਵ ਕਰਾਈ ਜਾਂਦੀ ਹੈ, ਜਿੰਨਾ ਚਿਰ ਉਹਦੇ ਤੇ ਕੋਈ CRA ਦਾ ਸਿੱਧਾ ਕੁੰਡਾ ਨਹੀਂ ਹੁੰਦਾ ਵੀ ਇਹ ਲੋਕ ਕਿਸ ਤਰੀਕੇ ਦੇ ਨਾਲ ਆਪਣੀ ਇਨਕਮ ਜਿਹੜੀ ਅਪਰੂਵ ਕੀਤੀ ਜਾ ਰਹੀ ਆ। ਸੋ ਗਵਰਨਮੈਂਟ ਨੇ ਇਸ ਲੈਵਲ ਤੇ ਜਾਣੀ ਇਹ ਜਿਹੜੀ ਮੌਰਗੇਜ ਦੀ ਧਾਂਦਲੀ ਜਿੰਨਾ ਚਿਰ ਬੰਦ ਨਾ ਕੀਤੀ, ਇਹ ਲੱਗਦਾ ਨਹੀਂ ਕਿ ਆਪੋ ਤਾਪੀ ਖਤਮ ਹੋਣੀ ਹੈ। ਇਹਨੂੰ ਕਾਫੀ ਜਾ ਕੇ ਲੱਗ ਰਿਹਾ ਜੀ ਕਿ ਗਵਰਨਮੈਂਟ ਨੂੰ ਰਿਵਿਊ ਕਰਨ ਦੀ ਲੋੜ ਆ ਤੇ ਉੱਥੇ ਹੱਥ ਪਾਉਣ ਦੀ ਲੋੜ ਆ ਜਿੱਥੇ ਸਮੱਸਿਆ ਤੇ ਜੇ ਉੱਤੇ ਤੁਰੇ ਫਿਰਾਂਗੇ ਤੇ ਮਸਲਾ ਹੱਲ ਨਹੀਂ ਹੋਣਾ। ਔਰ ਜਿੱਥੇ ਇਹ ਥੋੜੀ ਜਿਹੀ ਝਟਕੇ ਵਾਲੀ ਨਿਊਜ਼ ਇਹ ਵੀ ਹੈ ਤੇ ਦੂਸਰੀ ਵਧੀਆ ਨਿਊਜ਼ ਇਹ ਵੀ ਹੈ ਕਿ ਓਨਟਾਰੀਓ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਚੀਪਰ ਬਿਜਲੀ ਮਿਲੇਗੀ ਆਫ ਪੀਕ ਰੇਟ 21 ਦਿਨਾਂ ਵਾਸਤੇ। ਹਾਂਜੀ ਯਾਰ, ਇਹਨਾਂ ਦੇਖੋ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਅਸੀਂ ਸਟੇਜ 2 ਰੀਓਪਨਿੰਗ ਫੇਜ਼ ਦੇ ਵਿੱਚ ਦੁਬਾਰਾ ਜਿਸ ਵੇਲੇ ਐਂਟਰ ਹੋਏ ਤਾਂ ਆਪਣੀ ਜੇ ਲੋਕ ਘਰਾਂ ਦੇ ਵਿੱਚ ਨੇ ਤੇ ਨੈਚੁਰਲੀ ਆ ਜਿਹੜੀ ਇਲੈਕਟ੍ਰੀਸਿਟੀ ਆ ਉਹਦੀ ਕੰਜ਼ੰਪਸ਼ਨ ਵੱਧ ਜਾਣੀ ਆ ਤੇ ਇਹਦੇ ਕਰਕੇ ਵੀ ਹੁਣ ਲੋਕਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਅੱਜ ਜਾਣੀ ਕਿ 18 ਤਰੀਕ ਤੋਂ ਲੈ ਕੇ ਅਗਲੇ 21 ਦਿਨ 3 ਹਫ਼ਤੇ ਜਿਹੜੀ ਬਿਜਲੀ ਆ ਇਹ 24 ਘੰਟੇ ਰਾਊਂਡ ਦਾ ਕਲੌਕ ਜਾਣੀ ਸੇਮ ਪ੍ਰਾਈਸ ਤੇ ਮਿਲੂਗੀ ਜੀ। ਸੇਮ ਪ੍ਰਾਈਸ ਜਿਹੜੀ ਕਿ ਆਪਾਂ ਅੱਗੇ ਵੀ ਐਕਸਪਲੇਨ ਕੀਤਾ ਸੀਗਾ ਵੀ ਇਹ ਆਫ ਪੀਕ ਸਭ ਤੋਂ ਸਸਤਾ ਬਿਜਲੀ ਦਾ ਰੇਟ ਆ ਜਿਹੜਾ 8.2 ਸੈਂਟ ਹੈਗਾ ਪਰ ਕਿਲੋਵਾਟ ਆਵਰ ਓਨਟਾਰੀਓ ਦੇ ਵਿੱਚ। ਇਹ ਜਾਣੀ 24 ਘੰਟੇ ਲਈ ਹੁਣ ਅਗਲੇ ਮਿਡ ਪੀਕ ਰੇਟ ਆ ਜਿਹੜਾ ਕਿ 10-11 ਸੈਂਟ ਦੇ ਆਸ-ਪਾਸ ਪੈ ਜਾਂਦਾ ਪਰ ਕਿਲੋਵਾਟ ਆਵਰ ਦਾ ਤੇ ਇੱਕ ਜਿਹੜਾ ਜੀ ਫਿਰ ਬਿਲਕੁਲ ਪੀਕ ਰੇਟ ਆ ਉਹ ਤਾਂ 13 ਸੈਂਟ ਦੇ ਆਸ-ਪਾਸ ਜਾ ਕੇ ਪੈ ਜਾਂਦਾ ਮਤਲਬ ਪਰ ਕਿਲੋਵਾਟ ਆਵਰ ਦਾ। ਹੁਣ ਲੇਕਿਨ ਕਿ ਇਹ ਜਾਣੀ ਬਿਜਲੀ ਅਗਲੇ 3 ਹਫ਼ਤੇ ਓਨਟਾਰੀਓ ਦੇ ਵਿੱਚ ਸਾਰੇ ਜਿਹੜੇ ਕੰਜ਼ਿਊਮਰ ਨੇ ਇਹ ਸਸਤੀ ਕਹਿ ਲਓ ਕਿ ਕੰਜ਼ਿਊਮ ਕਰ ਸਕਣਗੇ ਜੀ। 905 813 1320 905 813 1320 ਜਿੱਥੇ ਇਲੈਕਟ੍ਰਿਸਿਟੀ ਘਟ ਰਹੀ ਹੈ ਜੀ ਉੱਥੇ ਇੱਕ ਹੋਰ ਝਟਕੇ ਵਾਲੀ ਗੱਲ ਹੈ ਕਿ ਜਿਹੜੇ ਗੈਸ ਪ੍ਰਾਈਸਿਸ ਨੇ GTA ਦੇ ਵਿੱਚ expected to reach $1.50 a litre soon and ਇਹ ਕੰਸਿਸਟੈਂਟ ਰਹੇਗਾ ਜੀ ਇਸ ਪੂਰੇ ਦੇ ਪੂਰੇ ਸਾਲ।
ਇਦਾਂ ਲੱਗ ਰਿਹਾ ਬਿਲਕੁਲ। ਇਸ ਤੋਂ ਪਹਿਲਾਂ ਇਹ ਦੇਖੋ ਕਿ ਆ ਨਾ ਕੱਲ ਜਿਸ ਤਰ੍ਹਾਂ ਸਨੋ ਸੀਗੀ ਏਅਰ 'ਚ, ਤੇ ਉਹਦੇ ਨਾਲ ਜਿਹੜਾ ਇਹ ਵੇਸਟ ਕਲੈਕਸ਼ਨ ਸੀ, ਕੂੜਾ ਚੱਕਣਾ ਸੀ ਲੋਕਾਂ ਦੇ ਘਰਾਂ ਦੇ ਅੱਗਿਓਂ, ਇਹਦੇ ਵਿੱਚ ਵੱਡਾ ਵਿਘਨ ਪਿਆ ਰਿਹਾ ਸਾਰੇ। ਹਾਂਜੀ ਹਾਂਜੀ, ਨਹੀਂ ਚੱਕਿਆ ਗਿਆ ਸੀ ਜੀ। ਤੇ ਉਹ ਫਿਰ ਹੁਣ ਜਿਨ੍ਹਾਂ ਦਾ ਕੱਲ ਚੁੱਕ ਹੋਣਾ ਸੀ, ਹੁਣ ਜਾਣੀ ਕਿ ਉਹਨਾਂ ਨੇ ਅੱਜ ਰੱਖਿਆ ਤੇ ਉਹਨਾਂ ਦਾ ਅੱਜ ਚੁੱਕ ਹੋਣਾ, ਜਿਨ੍ਹਾਂ ਦਾ ਅੱਜ ਚੁੱਕ ਹੋਣਾ ਸੀ ਉਹ ਕੱਲ ਨੂੰ ਰੱਖੋ। ਕੱਲ ਨੂੰ ਰੱਖੋਗੇ, ਬਿਲਕੁਲ। ਸੋ ਇਹ ਸਾਰਾ ਹਫ਼ਤਾ ਜਾਣੀ ਇਦਾਂ ਕਰਕੇ ਇਹ ਮੈਨੇਜ ਕੀਤਾ ਜਾਣਾ, ਕੂੜਾ ਚੱਕਣ ਦੇ ਵੇਸਟ ਕਲੈਕਸ਼ਨ ਦੇ ਕੈਲੰਡਰ ਨੂੰ ਕਹਿ ਲਓ ਕਿ ਵੀ ਇਹ ਹਰ ਇੱਕ ਰੈਜ਼ੀਡੈਂਟ ਨੂੰ ਚਾਹੀਦਾ ਵੀ ਉਹ ਇੱਕ ਦਿਨ ਜਸਟ ਆਪਣਾ ਅੱਗੇ ਪਾ ਕੇ ਜਿਹੜਾ ਐਡਜਸਟ ਕਰ ਲੈ, ਹਨਾ, ਹਾਂ, ਬਿਨ ਜਿਹਾ ਉਹਨਾਂ ਨੂੰ ਬਾਹਰ ਰੱਖਿਆ ਜਾਊਗਾ। ਸੋ ਕੱਲ ਵਾਲਿਆਂ ਦਾ ਅੱਜ ਜਿਹੜਾ ਕਲੈਕਟ ਕੀਤਾ ਜਾ ਰਿਹਾ ਬਰੈਂਪਟਨ, ਮਿਸਿਸਾਗਾ ਤੇ ਕੈਲੇਡਨ ਦੇ ਵਿੱਚ ਵੀ, ਤੇ ਇਸੇ ਤਰੀਕੇ ਦੇ ਨਾਲ ਬਾਕੀ ਸਾਰੇ GTA ਦੇ ਏਰੀਆ ਵਿੱਚ ਲੋਕਾਂ ਨੂੰ ਆਪੋ ਆਪਣੇ ਪਤਾ ਲੱਗ ਹੀ ਗਿਆ ਹੋਏਗਾ। ਸੋ ਕੁੱਲ ਮਿਲਾ ਕੇ ਇਹ ਹੈ ਜੀ ਕਿ ਜਿਹੜਾ ਇਹ ਗੈਸ ਦੀ ਗੱਲ ਹੈ, ਗੈਸ ਸਟੇਸ਼ਨਸ ਤੇ ਇਹ ਆਪਾਂ ਡਿਸਕਸ ਵੈਸੇ ਪਿਛਲੇ ਸਾਲ ਤੋਂ ਕਰਦੇ ਆ ਰਹੇ ਹਾਂ ਕਿ ਇਹ ਲਗਾਤਾਰ ਅਪ ਹੀ ਜਾ ਰਹੀ ਹੈ। ਕਾਰਬਨ ਟੈਕਸ ਦਾ ਇਹਦੇ ਵਿੱਚ ਆਪਣਾ ਰੋਲ ਹੈ, ਪਰ ਕੁੱਲ ਮਿਲਾ ਕੇ ਇੰਟਰਨੈਸ਼ਨਲ ਲੈਵਲ ਤੇ ਅੱਜ ਜੇ ਦੇਖਿਆ ਜਾਵੇ ਤੇ ਜਿਹੜਾ ਇਹ ਕੱਚਾ ਤੇਲ ਆ ਕਹਿ ਲਓ, ਕਰੂਡ ਆ, ਵੀ ਉਹਦਾ ਇੱਕ ਡਰਮ ਜਿਹੜਾ ਇਹ $85 ਦੇ ਆਸ-ਪਾਸ ਪਹੁੰਚ ਗਿਆ, $85 ਦੇ ਆਸ-ਪਾਸ ਇਹਦੀ ਪ੍ਰਾਈਸ। UK ਦੇ ਵਿੱਚ ਤੇ ਕਿਹਾ ਜਾ ਰਿਹਾ ਵੀ $87 ਆ ਜਿਹੜਾ ਕਿ ਅੱਜ ਇਹ ਟ੍ਰੇਡ ਹੋ ਰਿਹਾ। ਤੇ 2014-15 ਤੋਂ ਬਾਅਦ ਇਹ ਪਹਿਲੀ ਸਿਚੁਏਸ਼ਨ ਆ ਵੀ ਇੰਨਾ ਮਹਿੰਗਾ ਜਿਹੜਾ ਕਰੂਡ ਆਇਲ ਮਾਰਕੀਟ ਦੇ ਵਿੱਚ ਹੈਗਾ ਜੀ। ਉਹਦੇ ਕਰਕੇ ਫਿਰ ਜਿਹੜਾ ਕਿ ਇਹ ਪ੍ਰਾਈਸਿਸ ਆ ਡੇਲੀ ਬੇਸਿਸ ਤੇ ਆਪਾਂ ਦੇਖ ਰਹੇ ਹਾਂ ਪਿਛਲੇ ਦਿਨਾਂ ਤੋਂ, ਨਹੀਂ ਹਫ਼ਤਿਆਂ ਤੋਂ ਲਗਾਤਾਰ ਤੇ ਨਾਲ 1-2 ਸੈਂਟ ਜਿਹੜੀ ਉਹ ਅਪ ਹੀ ਜਾ ਰਹੀ ਆ। ਤੇ ਹੁਣ $1 ਤੇ 48 ਸੈਂਟ ਦੇ ਆਸ-ਪਾਸ ਜਿਹੜਾ ਜੀ ਪ੍ਰਾਈਸ ਕਈ ਗੈਸ ਪੰਪਸ ਤੇ ਹੈਗੀ ਆ ਆਲਰੇਡੀ। ਅਗਲੇ ਦਿਨਾਂ ਦੇ ਵਿੱਚ ਇਹਨੇ $1.5 ਨੂੰ 1 ਲੀਟਰ ਟੱਚ ਕਰ ਜਾਣਾ, ਤੇ ਲੱਗ ਰਿਹਾ ਵੀ ਇਹ ਜਿਹੜਾ ਸਾਲ 2022 ਆ ਇਹਦੇ ਦੌਰਾਨ ਬਹੁਤਾ ਸਸਤਾ ਗੈਸ ਦੀ ਆਸ ਰੱਖਣੀ ਬੰਦ ਕਰਨੀ ਪਊਗੀ। ਕਿਹਾ ਜਾ ਰਿਹਾ ਵੀ ਇਸ ਸਾਲ ਇਹ ਜਿਹੜਾ ਕਰੂਡ ਆਇਲ ਆ, ਇਹ ਕੱਚਾ ਤੇਲ ਆ, ਇਹਦਾ ਇੱਕ ਡਰਮ $100 ਤੱਕ ਵੀ ਉਹਦੀ ਪ੍ਰਾਈਸ ਜਿਹੜੀ ਆ ਪਹੁੰਚ ਜਾਣੀ ਆ। ਤੇ ਉਹਦੇ ਲਿਹਾਜ਼ ਨਾਲ ਜਦੋਂ ਕਾਰਬਨ ਟੈਕਸ ਵੀ ਹੋਰ ਵਧਣਾ ਹੈ, ਉਹ ਵਧੀ ਜਾਣਾ 2030 ਤੱਕ ਜੀ। ਇਹ ਜਿਹੜਾ ਗੈਸ ਦਾ ਲੀਟਰ ਪ੍ਰਾਈਸ ਆ ਇਹ $1.5 ਦੇ ਆਸ-ਪਾਸ ਹੀ ਲੰਬਾ ਸਮਾਂ ਰਹਿਣ ਦੀ ਸੰਭਾਵਨਾ ਜਾਂ ਇਸ ਤੋਂ ਵੀ ਵੱਧ। ਜੀ ਸਾਡੇ ਨਾਲ ਕਾਲਰ ਨੇ ਜੀ, ਲਾਸਟ ਕਾਲ ਫਿਰ ਵਾਈਂਡ ਅਪ ਕਰਦੇ ਹਾਂ ਗੱਲਬਾਤ ਨੂੰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਬਲਵੀਰ ਧਾਲੀਵਾਲ ਬੋਲ ਰਿਹਾ ਜੀ। ਧਾਲੀਵਾਲ ਸਾਹਿਬ USA ਤੋਂ ਵਾਪਸ ਆ ਰਿਹਾ, ਟਰੱਕ ਡਰਾਈਵ ਕਰ ਰਿਹਾ, ਇੱਧਰ ਤਾਂ ਸਾਫ਼ ਆ ਸਾਰਾ ਜੀ। ਜੋਹਲ ਸਾਹਿਬ ਨੂੰ ਪੁੱਛਣਾ ਸੀਗਾ ਵੀ ਇਹ ਜਿਹੜੇ ਆਪਾਂ ਇੰਨਾ ਸਟੋਰਮ ਆਇਆ ਸੀ ਉਹਦਾ ਹਾਲੇ ਤੱਕ ਲੋਕੀ ਸਟਕ ਹੋਏ ਬੈਠੇ 401 ਤੇ, ਕਿ ਗਵਰਨਮੈਂਟ ਨੂੰ ਪਹਿਲਾਂ ਨਹੀਂ ਲੂਟ ਛੱਡਣਾ ਚਾਹੀਦਾ ਥੋੜਾ ਬਹੁਤਾ? ਕੋਈ ਨਹੀਂ ਕੀਤਾ ਕੁਛ ਨਹੀਂ, ਨਾ ਸਲੋ ਉਠਾਈ ਨਾ ਹੋਰ। ਉਹ ਸਾਡੇ ਘਰਾਂ ਮੂਹਰੇ ਜਿਹੜੇ ਢੇਰ ਲਾਏ ਹੋਏ ਆ ਕਿ ਉਹ ਲੇਡੀਜ਼ 2 ਦਿਨ ਹੋ ਗਏ ਘਰ ਬੈਠੇ, ਉਹ ਬਾਹਰ ਵੀ ਨਿਕਲ ਸਕਦੇ। ਜਿਹੜੀ ਸਨੋ ਆ ਪ੍ਰੋਪਰਟੀ ਟੈਕਸ ਤਾਂ ਵਧਾਈ ਜਾਂਦੇ ਆ, ਤੇ ਜਿਹੜੀ ਰੋਡ ਦੀ ਸਨੋ ਉਠਾ ਕੇ ਉਹ ਘਰਾਂ ਮੂਹਰੇ ਇਕੱਠੀ ਕਰਕੇ ਦਿੰਦੇ ਆ। ਅੱਗੇ ਇਹ ਉਠਾਉਂਦੇ ਹੁੰਦੇ ਸੀ, ਸਾਡੇ ਸਿਰ ਜ਼ਿਆਦਾ ਪ੍ਰੋਪਰਟੀ ਟੈਕਸ ਘੱਟ ਕਰ ਦੇਣਾ ਸੀ, ਬੰਦਾ ਪੈਸੇ ਉੱਧਰੋਂ ਦੇ ਕੇ ਪੈਸੇ ਰੱਖ ਲਈਏ ਸਨੋ ਉਠਾਉਣ ਵਾਲੇ। ਇਹ ਗਵਰਨਮੈਂਟ ਕਰ ਕੀ ਰਹੀ ਆ? ਸਾਰਾ ਕੁਝ ਉੱਪਰ ਕਰ ਰਹੀ ਆ, ਸਾਰਾ ਕੁਝ ਚੱਕੀ ਜਾ ਰਹੀ ਪ੍ਰਾਈਸਾਂ। ਤੇ ਜਦੋਂ ਆਹ ਸੇਫਟੀ ਦਾ ਕੰਮ ਆਉਂਦਾ ਉਦੋਂ ਕਹਿੰਦੀ ਆ ਘਰਾਂ ਮੂਹਰੇ ਤੁਸੀਂ ਆਪੇ ਬੰਨੀ ਉਠਾਓ। ਰੋਡ ਦੀ ਸਨੋ ਜਿਹੜੀ ਘਰ ਦੇ ਮੂਹਰੇ ਢੇਰ ਲਾ ਕੇ ਜਾਂਦੇ, ਉਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਉਠਾਉਣ ਦੀ, ਸਾਡੀ ਥੋੜੀ ਆ। ਵੋਟਾਂ ਮੰਗਣ ਆਉਣਗੇ ਫਿਰ ਮੈਂ ਇਹਨਾਂ ਨੂੰ ਦੱਸਾਂਗਾ ਜਿਹੜੇ ਬੈਠੇ ਨਾ ਇਹ ਆਪਣੀਆਂ ਪੈਨਸ਼ਨਾਂ ਖਾਤਰ ਵੀ ਸਾਨੂੰ ਪੈਸੇ ਲੱਗ ਜਾਣ, ਇੱਕ ਵਾਰੀ ਜਿੱਤ ਜਾਈਏ ਡੈਸ਼ ਤੇ ਮੁੜ ਕੇ ਕੋਈ ਨਹੀਂ ਕੁਛ ਕਰਨਾ। ਕਾਰ ਇੰਸ਼ੋਰੈਂਸ ਸੀ, ਮੈਂ ਸਾਰੀਆਂ ਪਾਰਟੀਆਂ ਨੂੰ ਕਹਿਣਾ, NDP ਪਿੱਛੇ ਸਾਰੇ ਹੀ ਕਹਿੰਦੇ ਸੀ ਕਿ ਅਸੀਂ ਇੰਸ਼ੋਰੈਂਸ ਘੱਟ ਕਰਾਵਾਂਗੇ। 3 ਸਾਲ ਕੋਈ ਨਹੀਂ ਬੋਲਦਾ, ਜਦੋਂ ਇਲੈਕਸ਼ਨ ਆਉਣੀ ਹੁੰਦੀ ਫਿਰ ਮਹੀਨਾ ਪਹਿਲਾਂ ਕਹਿਣ ਲੱਗ ਪੈਂਦੇ ਆ ਅਸੀਂ ਕਾਰ ਇੰਸ਼ੋਰੈਂਸ ਘੱਟ ਕਰਾਂਗੇ। ਮੈਂ 350 ਇੰਸ਼ੋਰੈਂਸ ਪੇ ਕਰਦਾ ਸੀ, ਕੋਈ ਐਕਸੀਡੈਂਟ ਨਹੀਂ, ਕੋਈ ਕਲੇਮ ਨਹੀਂ। ਹੁਣ 750 ਪੇ ਕਰ ਰਿਹਾ 2 ਗੱਡੀਆਂ ਦੀ। ਰੀਜ਼ਨ ਆਈ ਡੋਂਟ ਨੋ। ਦੱਸਿਓ ਜਿਹੜਾ ਕਮਾਡਾ ਇਹਦੇ ਬਾਰੇ, ਸਨੋ ਬਾਰੇ ਵੀ ਦੱਸਿਓ ਵੀ ਕੀ ਹੋ ਸਕਦਾ ਹੈ ਜਿਹੜੇ ਘਰਾਂ ਮੂਹਰੇ ਢੇਰੇ ਢੇਡ ਲਾ ਜਾਂਦੇ ਆ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਵੀਰੇ ਜੀ। I think ਕਾਫੀ ਜਿਵੇਂ ਟੈਕਸ ਵੀ ਆਏ ਕਿ ਦੇ ਐਗਰੀ ਵਿਦ ਦ ਕਾਲਰ, ਬਟ ਜੀ ਜੋਲ ਸਾਹਿਬ ਤੁਹਾਡੇ ਕੀ ਵਿਚਾਰ ਨੇ? ਹਾਂ, ਨਹੀਂ ਇਹ ਧਾਲੀਵਾਲ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਡਰਾਈਵ ਸੇਫ ਜੀ। ਜੇ ਰੋਡ ਹਾਂਜੀ ਪਲੀਜ਼ ਡਰਾਈਵ ਸੇਫਲੀ ਜੀ। ਬਿਲਕੁਲ ਜੀ। ਤੇ ਦੂਸਰਾ ਇਹ ਹੈ ਜੀ ਵੀ ਇਹ ਜਿਹੜਾ ਹੁਣ ਉਹਦੇ ਤੇਵਰ ਕਈ ਵਾਰੀ ਦੇਖੇ ਜਾਣ ਨਾ, ਜਿਹੜਾ ਉਹ ਟਰੈਕਟਰ ਵਾਲਾ ਆਉਂਦਾ ਸਾਫ਼ ਕਰਨ ਗਲੀਆਂ ਦੇ ਵਿੱਚੋਂ, ਤੇ ਉਹਨੇ ਤੇ ਬੈਠੇ ਨੇ ਵਿੱਚ ਕੈਬਨ ਦੇ ਆਪਣੇ ਬਟਨ ਹੀ ਦੱਬਣੇ ਆ, ਵੀ ਉਹਦੇ ਤੇਵਰ ਦੇਖੇ ਜਾਣ ਤੇ ਉਹਨੂੰ ਲੱਗਦਾ ਹੁੰਦਾ ਵੀ ਆਹ ਵੇਖੋ ਮੈਂ ਮਤਲਬ ਪੂਰਾ ਨਜ਼ਾਰਾ ਲੈ ਰਿਹਾ ਤੁਹਾਡੇ ਘਰਾਂ। ਉਹ ਯਾ ਉਹ ਤਾਂ ਗਾਲਾਂ ਵੀ ਕੱਢਦੇ ਸਾਨੂੰ। ਸੋ ਇਸ ਕਰਕੇ ਜੀ ਵੀ ਲੱਗਦਾ ਹੁੰਦਾ ਉਹਨਾਂ ਦੇ ਤੇਵਰਾਂ ਤੋਂ ਵੀ ਤੁਸੀਂ ਇੰਨਾ ਵੀ ਸ਼ੁਕਰ ਕਰੋ ਵੀ ਅਸੀਂ ਆ ਗਲੀ ਸਾਫ਼ ਕਰਕੇ ਚੱਲੇ ਆ, ਤੁਹਾਡਾ ਘਰ ਭਾਵੇਂ ਬਲੌਕ ਕਰਕੇ ਹੀ ਚੱਲੇ ਆ, ਪਰ ਸ਼ੁਕਰ ਕਰੋ ਅਸੀਂ ਇੰਨਾ ਵੀ ਕਰਕੇ ਚੱਲੇ ਆ, ਹਨਾ। ਅੱਛਾ, ਦੂਸਰਾ ਇਹ ਆ ਜੀ ਵੀ ਇਹਦੇ ਤੇ ਪੋਲੀਟਿਕਸ ਚਲੋ ਸਾਡੇ ਬਰੈਂਪਟਨ ਸਿਟੀ ਦੇ ਵਿੱਚ ਕਾਫੀ ਚੱਲਦੀ ਰਹਿੰਦੀ ਆ, ਪ੍ਰੋਮਿਸਿਸ ਵੀ ਚੱਲਦੇ ਆ, ਪਰ ਹਜੇ ਇਹ ਕਹਿ ਲਓ ਵੀ ਗਿੱਲਾ ਪੀਣ ਹੈਗਾ ਉੱਥੇ ਦਾ ਉੱਥੇ ਹੀ ਆ। ਤੇ ਹੁਣ ਇਲੈਕਸ਼ਨ ਤੇ ਅਗਲੇ ਸਾਲ ਐਸੇ ਸਾਲ ਹੀ ਕਹਿ ਲਓ ਕਿ ਫੇਰ ਹੈਗੀ ਆ ਜੀ ਜੀ। ਨਾਲ ਦੇਖਿਆ ਜਾਊਗਾ ਵੀ ਹੁਣ ਅੱਗੇ ਕੀ ਬਣਦਾ। ਵੀ ਰੈਜ਼ੀਡੈਂਟ ਜਿਹੜੇ ਆ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਆ, ਤੇ ਇਹ ਸਿਟੀ ਕਾਉਂਸਲ ਨੂੰ ਚੰਗੀ ਤਰ੍ਹਾਂ ਪਤਾ ਵੀ ਆ, ਪਰ ਲਾਮ ਲੇਟ ਜਿਹੜਾ ਇਸ ਇਸ਼ੂ ਨੂੰ ਪਾਈ ਰੱਖਿਆ। ਕੋਈ $5 ਮਿਲੀਅਨ ਦੀ ਐਕਸਟਰਾ ਇਨਵੈਸਟਮੈਂਟ ਹੈਗੀ ਆ। ਮਤਲਬ ਜਿਹੜਾ ਹੁਣ ਤੁਸੀਂ ਦੇਖੋ ਵੀ
0 ਪਤਾ ਨਹੀਂ ਪੁਆਇੰਟ ਪਤਾ ਨਹੀਂ ਕਿੰਨੇ ਕੁ % ਜਿਹੜਾ ਮਾਈਨਰ ਪ੍ਰਾਪਰਟੀ ਟੈਕਸ ਜੇ ਜਾਣੀ ਉਹ ਨਹੀਂ ਵਧਾਇਆ 4 ਸਾਲ ਤੇ ਉਹਦਾ ਢੋਲ ਟਮਕਾ ਪੂਰਾ ਆ। ਤੇ ਪਰ ਜਿਹੜਾ ਇਹ ਪਾਣੀ ਦੇ ਬਿੱਲ ਤੇ ਮੋਟਾ ਸਰਚਾਰਜ ਚੁੱਪ ਕਰਕੇ ਹੀ ਲਾਤਾ। ਉਹ ਕਦੀ ਪਾਣੀ ਦਾ ਹੁਣ ਬਿੱਲ ਚੁੱਕ ਕੇ ਲੋਕ ਦੇਖਣ ਨਾ ਤੇ ਉਹਨੂੰ ਕੰਪੇਅਰ ਕਰੋ ਪਿਛਲੇ 4 ਸਾਲਾਂ ਦੇ ਨਾਲ ਵੀ ਅੱਜ ਤੁਹਾਡਾ ਪਾਣੀ ਦਾ ਬਿੱਲ ਕਿੰਨਾ ਆਉਂਦਾ, 2 ਸਾਲ ਪਹਿਲਾਂ ਕਿੰਨਾ ਆਉਂਦਾ ਸੀਗਾ, ਹਨਾ। ਤੇ ਜਿਹੜਾ ਉਹ ਮੋਟਾ ਸਰਚਾਰਜ ਜਾਣੀ ਪੀਲ ਰੀਜਨ ਤਾਂ ਉਹਨੂੰ ਮੈਨੇਜ ਹੀ ਕਰਦਾ, ਉਹ ਜਾਂਦਾ ਸਾਰਾ ਸਿਟੀ ਬਰੈਂਪਟਨ ਦੇ ਖਜ਼ਾਨੇ 'ਚ ਆ। ਸਿਟੀ ਕੌਂਸਲ ਨੇ ਬਰੈਂਪਟਨ ਦੀ ਨੇ ਉਹਨੂੰ ਅਪਰੂਵ ਕੀਤਾ, ਹਨਾ। ਸੋ ਉਹ ਜਾਣੀ ਕਿ ਕਈ ਵਾਰੀ ਜੇ ਕੋਈ ਉਹਨਾਂ ਨੂੰ ਗੱਲ ਪੁੱਛੇ ਨਾ ਮੇਅਰ ਨੂੰ ਜਾਂ ਕੌਂਸਲਰਾਂ ਨੂੰ ਵੀ ਤੁਸੀਂ ਇੰਨਾ ਮੋਟਾ ਪਾਣੀ ਤੇ ਸਰਚਾਰਜ ਲਾਤਾ, ਉਹਦੇ ਬਾਰੇ ਚੁੱਪ ਹੀ ਆ ਤੁਸੀਂ ਸਾਰੇ। ਵੈਸੇ ਮੈਨੂੰ ਲੱਗਦਾ ਗੁਰਪ੍ਰੀਤ ਢਿੱਲੋਂ ਨੇ ਵਿਰੋਧ ਕੀਤਾ ਸੀ, ਸਿਰਫ ਉਹੀ ਸੀਗੇ ਕੌਂਸਲਰ। ਬਾਕੀ ਵੀ ਜਾਣੀ ਉਹ ਇਹ ਇਸ ਗੱਲੋਂ ਪੱਲਾ ਝਾੜ ਦਿੰਦੇ ਵੀ ਇਹਨੂੰ ਜੀ ਪੀਲ ਰੀਜਨ ਮੈਨੇਜ ਕਰਦਾ। ਪੀਲ ਰੀਜਨ ਤੇ ਉਹਨੂੰ ਮੈਨੇਜ ਹੀ ਕਰਦਾ ਕਿਉਂਕਿ ਪਾਣੀ ਦਾ ਬਿੱਲ ਜਿਹੜਾ ਉਹ ਪੀਲ ਰੀਜਨ ਵੱਲੋਂ ਆਉਂਦਾ। ਜਿਹੜਾ ਇਹ ਪਾਣੀ ਤੇ ਮੋਟਾ ਸਰਚਾਰਜ ਲਾਇਆ ਇਹ ਸਿਟੀ ਆਫ ਬਰੈਂਪਟਨ ਨੇ ਲਾਇਆ। ਪੀਲ ਜਸਟ ਉਹ ਲੋਕਾਂ ਕੋਲੋਂ ਕਲੈਕਟ ਕਰਕੇ ਸਿਟੀ ਦੇ ਖਜ਼ਾਨੇ 'ਚ ਪਾ ਦਿੰਦਾ। ਸੋ ਜੇ ਤੁਸੀਂ ਮਤਲਬ ਕੰਨ ਇੱਧਰੋਂ ਨਹੀਂ ਫੜਿਆ ਤੇ ਉੱਧਰੋਂ ਫੜ ਲਿਆ, ਮਤਲਬ ਜੇ ਥੋੜਾ ਜਿਹਾ ਪ੍ਰੋਪਰਟੀ ਟੈਕਸ ਨਹੀਂ ਵਧਾਇਆ 4 ਸਾਲ ਉਹਦਾ ਢੋਲ ਟਮੱਕਾ ਪੂਰਾ, ਪਰ ਮੋਟਾ ਸਰਚਾਰਜ ਲਾ ਕੇ ਜਿਹੜੇ ਤਿੱਗਣੇ ਪੈਸੇ ਲੈਣੇ ਸ਼ੁਰੂ ਕਰਤੇ ਲੋਕਾਂ ਤੋਂ, ਉਹਦੀ ਕੋਈ ਗੱਲ ਹੀ ਨਹੀਂ ਹੈ। ਕਾਰ ਇੰਸ਼ੋਰੈਂਸ ਬਾਰੇ ਆਪਾਂ ਡਿਟੇਲ 'ਚ ਦੱਸ ਚੁੱਕੇ ਹਾਂ ਕਿ ਜਿਹੜਾ ਇਹ ਗਿੱਲਾ ਪੀਣ ਪਾਇਆ ਹੋਇਆ ਜਾਣੀ ਕਿ ਇੱਕ MPP ਨੇ ਮੈਂ ਪ੍ਰਾਈਵੇਟ ਬਿੱਲ ਪੇਸ਼ ਕੀਤਾ ਹੋਇਆ 3 ਸਾਲ ਹੋ ਗਏ ਆ, ਉਹ ਗਿੱਲਾ ਪੀਣ ਨਾ ਛੱਟ ਹੋਣਾ ਨਾ ਛੱਟ ਹੋਇਆ ਐਸੇ ਟਰਮ ਦੇ ਵਿੱਚ ਬਿਲਕੁਲ ਨਹੀਂ ਇਹ ਸਰਕਾਰ ਕੋਲੋਂ ਛੱਟ ਹੋਣਾ ਉਹ। ਤੇ ਕਾਰ ਇੰਸ਼ੋਰੈਂਸ ਜਿਹੜੀ ਆ ਵੀ ਉਹਦੇ ਕੋਲ ਬਹੁਤ ਜ਼ਿਆਦਾ ਘਟਣ ਦੀ ਬਿਲਕੁਲ ਉਮੀਦ ਨਹੀਂ। ਆਪਾਂ ਦੱਸਿਆ ਸੀਗਾ ਵੀ ਜਿਹੜੇ MPP ਬਰੈਂਪਟਨ ਤੋਂ ਬਾਹਰ ਦੇ ਆ, ਇਹ ਕਾਰ ਇੰਸ਼ੋਰੈਂਸ ਦਾ ਪ੍ਰੀਮੀਅਮ ਬਰੈਂਪਟਨ ਦੇ ਰੈਜ਼ੀਡੈਂਟਸ ਵਾਸਤੇ ਹੀ ਸਮੱਸਿਆ ਸਮਝੀ ਜਾਂਦੀ ਆ, ਇਹਨੂੰ ਓਨਟਾਰੀਓ ਦੀ ਪ੍ਰੋਬਲਮ ਨਹੀਂ ਸਮਝਿਆ ਜਾਂਦਾ ਕਿਉਂਕਿ ਹੋਰ ਸ਼ਹਿਰਾਂ ਦੇ MPP ਇਸ ਸਮੱਸਿਆ ਨੂੰ ਏਡੀ ਵੱਡੀ ਨਹੀਂ ਸਮਝ ਰਹੇ, ਜਿਹਦੇ ਕਰਕੇ ਵੀ ਇਹ ਪ੍ਰੀਮੀਅਮ ਹੁਣ ਇਲੈਕਸ਼ਨ ਕਰਕੇ ਆ ਰਹੇ ਬਜਟ ਦੇ ਵਿੱਚ ਥੋੜਾ ਬਹੁਤਾ ਐਡਜਸਟ ਤੇ ਭਾਵੇਂ ਹੋ ਜੇ, ਬਹੁਤ ਜ਼ਿਆਦਾ ਤੁਸੀਂ ਬਰੈਂਪਟਨ ਵਾਸੀਓ ਘਟਦਾ ਨਹੀਂ ਦੇਖੋਗੇ, ਨਾ ਇਹ ਪੋਸਟਲ ਕੋਡ ਦਾ ਡਿਸਕ੍ਰਿਮੀਨੇਸ਼ਨ ਜਿਹੜਾ ਤੁਸੀਂ ਕਹਿੰਦੇ ਉਹ ਟੁੱਟਦਾ ਦੇਖੋਗੇ। ਠੀਕ ਆ, ਇਹ MPP ਜਾਂ ਜਿਹੜੇ ਮਤਲਬ ਕੈਂਡੀਡੇਟ ਆਉਂਦੇ ਆ ਡੋਰ ਟੂ ਡੋਰ ਤੁਹਾਡੇ ਕੋਲ, ਉਹ ਇਲੈਕਸ਼ਨ ਵੇਲੇ ਤਾਂ ਤੁਹਾਨੂੰ ਕਹਿ ਦਿੰਦੇ ਅਸੀਂ ਤੁਹਾਡੇ ਵਿੱਚੋਂ ਆ, ਸਾਨੂੰ ਵੋਟਾਂ ਪਾਓ, ਉੱਥੇ ਅਸੀਂ ਕਮਾਲਾਂ ਕਰ ਦਿਆਂਗੇ, ਮੁੜ ਕੇ 4 ਸਾਲ ਜਾਣੀ ਉਹ ਘੁੰਗਣੀਆਂ ਵਾਲਾ ਕੰਮ ਹੀ ਹੈ। ਸੋ ਉਸ ਲਿਹਾਜ਼ ਨਾਲ ਇਲੈਕਟ ਹੋਣ ਤੋਂ ਪਹਿਲਾਂ ਉਹ ਤੁਹਾਡੇ ਆ, ਤੁਹਾਡੇ ਵਿੱਚੋਂ ਆ, ਇਲੈਕਟ ਹੋ ਕੇ ਉਹ ਲੀਡਰ ਦੇ ਆ, ਤੁਹਾਡੇ ਫਿਰ ਘੱਟ ਹੈ। ਇਸ ਕਰਕੇ ਜਿੰਨੀ ਕਿ ਤੁਹਾਡੀ ਇੰਸ਼ੋਰੈਂਸ ਦੇ ਮੁੱਦੇ ਤੇ ਸੁਣਵਾਈ ਹੋਈ ਆ ਪਿਛਲੇ 4 ਸਾਲਾਂ 'ਚ ਤੁਹਾਡੇ ਸਾਹਮਣੇ ਹੈ ਜੀ। ਗਾਂ ਹੁਣ ਦੇਖਦੇ ਆ ਇਲੈਕਸ਼ਨ ਤੇ ਇਸ ਸਾਲ ਫਿਰ ਆ ਗਈ ਆ, ਪਰ ਇਹ ਮਸਲਾ ਪਿਛਲੇ 20 ਸਾਲਾਂ ਤੋਂ ਏਦਾਂ ਤੁਸੀਂ ਸੁਣਦੇ ਆ ਰਹੇ ਹੋ ਤੇ ਇੰਸ਼ੋਰੈਂਸ ਕਿਸੇ ਨੇ ਘਟਾਈ ਨਹੀਂ, ਨਾ ਹੀ ਘਟੀ ਹੈ। ਵਿਕ ਢਿੱਲੋਂ ਜਿਹੜੇ 16 ਸਾਲ MPP ਰਹੇ ਸੀ ਉਹ ਦੱਸ ਗਏ ਆ ਆਪਣੇ ਐਕਸਪੀਰੀਅੰਸ ਤੋਂ ਬਾਅਦ। ਚਲੋ ਜਦੋਂ MPP ਸੀਗੇ ਉਦੋਂ ਤਾਂ ਸਾਨੂੰ ਹੋਰ ਹੀ ਉਹ ਗੱਲਾਂ ਕਰਦੇ ਹੁੰਦੇ ਸੀਗੇ ਘਟਾ ਰਹੇ ਆ ਜੀ, ਕਰ ਰਹੇ ਆ ਜੀ, ਬੜਾ ਜ਼ੋਰ ਲੱਗਾ ਹੋਇਆ ਜੀ, ਪਰ ਉਹ ਹੁਣ ਸਰਕਾਰ ਤੋਂ ਬਾਹਰ ਆ ਕੇ ਕਹਿੰਦੇ ਮੈਂ ਬੋਲ ਸਕਦਾ। ਇੰਸ਼ੋਰੈਂਸ ਕੰਪਨੀਆਂ ਕਰਕੇ ਇੰਸ਼ੋਰੈਂਸ ਮਹਿੰਗੀ ਨਹੀਂ ਹੈ, ਵਿਕ ਢਿੱਲੋਂ ਦਾ ਕਹਿਣਾ ਇੰਸ਼ੋਰੈਂਸ ਮਹਿੰਗੀ ਓਨਟਾਰੀਓ ਦੀ ਗਵਰਨਮੈਂਟ ਕਰਕੇ ਆ ਤੇ ਡਜ਼ ਨਾਟ ਮੈਟਰ ਕਿਹੜੀ ਗਵਰਨਮੈਂਟ ਕਿਹੜੀ ਪਾਰਟੀ ਦੀ ਆ ਗਈ ਆ, ਇੰਸ਼ੋਰੈਂਸ ਬਹੁਤ ਹੀ ਘਟੂਗੀ ਨਹੀਂ ਓਨਟਾਰੀਓ ਦੇ ਵਿੱਚ। ਦੂਸਰਾ ਇਹ ਆ ਜੀ ਵੀ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਪ੍ਰੀਮੀਅਮ ਆਪਣੇ ਆਪ ਤੇ ਵਧਾ ਹੀ ਨਹੀਂ ਸਕਦੀਆਂ, ਉਹ ਸਰਕਾਰ ਕੋਲੋਂ ਪਰਮਿਸ਼ਨ ਲੈ ਕੇ ਵਧਾਉਣਾ ਪੈਂਦਾ। ਸਰਕਾਰ ਪਰਮਿਸ਼ਨ ਦਿੰਦੀ ਆ ਵਧਾਉਣ ਦੇ, ਸਰਕਾਰ ਪਰਮਿਸ਼ਨ ਪ੍ਰੀਮੀਅਮ ਵਧਾਉਣ ਦਾ ਦਿੰਦੀ ਆ ਤੇ ਕੰਪਨੀਆਂ ਵਧਾ ਪਾ ਰਹੀਆਂ। ਸੋ ਇਸ ਕਰਕੇ ਤਰ੍ਹਾਂ ਦੇ ਇਹ ਲੌਜਿਕ ਆ, ਪਰ ਵਿਕ ਢਿੱਲੋਂ ਇਹ ਮੰਨਦੇ ਆ, ਇਹ ਕਹਿੰਦੇ ਵੀ ਆ ਉਹ ਵੀ ਸੱਚਾਈ ਇਹ ਆ, ਕੋਈ ਇਹਨੂੰ ਮੰਨਣ ਨੂੰ ਤਿਆਰ ਨਹੀਂ ਵੀ ਇੰਸ਼ੋਰੈਂਸ ਪ੍ਰੀਮੀਅਮ ਤੋਂ ਜਿਹੜਾ ਕਲੈਕਟ ਕੀਤਾ ਜਾਂਦਾ ਪੈਸਾ, ਉਹ ਤੋਂ ਜਿਹੜਾ ਟੈਕਸ ਡਾਲਰ ਆ ਕੰਪਨੀਆਂ ਪੇ ਕਰਦੀਆਂ ਓਨਟਾਰੀਓ ਦੇ ਖਜ਼ਾਨੇ 'ਚ, ਜੇ ਪ੍ਰੀਮੀਅਮ ਘਟੂਗਾ ਤੇ ਟੈਕਸ ਡਾਲਰ ਵੀ ਘਟਣਗੇ। ਇਸ ਕਰਕੇ ਓਨਟਾਰੀਓ ਦੀ ਗਵਰਨਮੈਂਟ ਹੀ ਨਹੀਂ ਚਾਹੁੰਦੀ ਵੀ ਪ੍ਰੀਮੀਅਮ ਬਹੁਤ ਜ਼ਿਆਦਾ ਘਟ ਜਾਵੇ ਜੀ। ਮੰਨੋ ਤੇ ਭਾਵੇਂ ਨਾ ਮੰਨੋ, ਇਹ ਅਸਲੀ ਸੱਚ ਇਹ ਹੈ ਜੀ। ਤੁਸੀਂ ਸੁਣ ਚੁੱਕੇ ਹੋ ਜੀ ਗੱਲਾਂ ਬਾਤਾਂ, ਤੇ ਸਾਡਾ ਟਾਈਮ ਹੁਣ ਸਮਾਪਤੀ ਵਾਲਾ ਜੀ। ਅਸੀਂ ਇਸ ਵਿਸ਼ੇ ਦੇ ਵਿੱਚ ਸੈਟਰਡੇ ਸੰਡੇ ਜ਼ਰੂਰ ਟੱਚ ਕਰਾਂਗੇ ਜੀ। ਹੋਪਫੁਲੀ ਆਪਾਂ ਢਿੱਲੋਂ ਸਾਹਿਬ ਨੂੰ ਵੀ ਲਾਈਨ ਤੇ ਲੈ ਕੇ ਆਵਾਂਗੇ, ਜੌਲ ਸਾਹਿਬ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੋ ਕੰਸਰਨਸ ਨੇ ਬ੍ਰੈਂਪਟੋਨੀਅਨਸ ਦੇ। ਸੋ ਨੰਬਰ ਟੂ ਕਾਲ ਇਜ਼ 4168953784 4168953784। ਜੌਲ ਸਾਹਿਬ ਦਾ ਨੰਬਰ ਹੈ ਜੀ, ਐਨੀ ਟਾਈਮ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਪਰਸਨਲ ਲੈਵਲ ਤੇ। ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਨਿਊਜ਼ ਵਿਊਜ਼ ਗੱਲਾਂ ਬਾਤਾਂ, ਤਾਂ 4168953784 ਤੇ ਜੌਲ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम, हैव अ वंडरफुल डे। ਥੈਂਕ ਯੂ ਜਸਟ, ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।